ਮੈਰੀਟੋਰੀਅਸ ਮੈਥ ਲੈਕਚਰਰ पेपर सॉल्व वाली ये अपनी 8th वीडियो आ। पहलियां 7 वीडियोज़ ਵਿੱਚ ਆਪਾਂ 125 तक सम सॉल्व कर चुके हैं। इस वीडियो ਵਿੱਚ ਹੁਣ ਫਿਰ ਆਪਾਂ ਨੈਕਸਟ ਸਮ ਸੋਲਵ ਕਰਾਂਗੇ ਤੇ ਇਹ ਆਪਣੀ ਲਾਸਟ ਵੀਡੀਓ ਹੋਊਗੀ। ਇਸ ਵਿੱਚ ਆਪਾਂ ਸਾਰਾ ਪੇਪਰ ਸੋਲਵ ਕਰ ਦਾਂਗੇ। ਸੋ ਦੇਖਦੇ ਹਾਂ ਫਿਰ ਨੈਕਸਟ। let x and y be two random variables with the following joint probability distribution function then the value of constant c। तो जो probability distribution function ਹੁੰਦਾ ਇਹਦੀ overall probability 1 ਹੁੰਦੀ ਹੈ। ਜੇ ਆਪਾਂ -∞ to ∞ x ਦੀਆਂ ਲਿਮਿਟਸ ਲੈ ਕੇ y ਦੀਆਂ ਲਿਮਿਟਸ ਲੈ ਕੇ ਤਾਂ ਇਹ probability ਆਪਣੇ ਕੋਲ 1 ਹੁੰਦੀ ਹੈ। ਸੋ ਆਪਾਂ ਇੱਥੇ ਲਿਮਿਟ 0 to 2 ਆ ਦੋਨਾਂ ਦੀਆਂ, x ਦੀਆਂ ਵੀ 0 to 2 ਆ, y ਦੀਆਂ ਵੀ 0 to 2 ਆ ਤੇ ਫੰਕਸ਼ਨ ਦੀ ਵੈਲਿਊ ਆ c 2x + y। बस ਇਹਦੀ इंटीग्रेशन करांगे, c ਤਾਂ ਬਾਹਰ ਹੀ ਕੱਢ ਦਿੰਦੇ ਆ। ਪਹਿਲਾਂ ਭਾਵੇਂ ਰਿਸਪੈਕਟ ਟੂ x ਕਰ ਲਈਏ, ਭਾਵੇਂ ਰਿਸਪੈਕਟ ਟੂ y ਕਰ ਲਈਏ। ਇੱਕ ਨੂੰ x ਮੰਨ ਲਓ, ਇੱਕ ਨੂੰ y। ਰਿਸਪੈਕਟ ਟੂ x ਕਰ ਦਿੰਦੇ ਆ ਪਹਿਲਾਂ 2x² / 2 y ਐਜ਼ ਅ ਕਨਸਟੈਂਟ ਟ੍ਰੀਟ ਕਰਾਂਗੇ। ਇਹ x ਦੀ ਹੋ ਗਈ ਆਪਣੀ ਤੇ y ਦੀਆਂ ਲਿਮਿਟਸ ਉਵੇਂ ਰਹਿ ਗਈਆਂ। ਅਪਰ ਲਿਮਿਟ ਮਾਈਨਸ ਲੋਅਰ, ਅਪਰ ਭਰੋ ਪਹਿਲਾਂ 2² 4 ਬਣ ਗਿਆ, 2 ਭਰਿਆ ਇੱਥੇ y, x ਵਾਲਾ ਖਤਮ ਹੋ ਗਿਆ। ਹੁਣ ਰਹਿ ਗਿਆ ਸਿਰਫ y ਦੇ ਰਿਸਪੈਕਟ 4y ਤੇ 2y² / 2। अगेन अपर लिमिट भरो पहला 8 + 4 माइनस लोअर लिमिट। सो c आ गया अपना 1/12। वैल्यू ऑफ कॉन्स्टेंट c मिल गई है, 1/12 आ गया। ऑप्शन नंबर डी बन गया। सो ये तुसीं प्रॉपर्टी याद रखनी है कि प्रोबेबिलिटी डिस्ट्रीब्यूशन फंक्शन आ जी, इसकी ओवरऑल प्रोबेबिलिटी 1 होंगी है वैन लिमिट्स आर टेकन फ्रॉम -∞ to ∞ बोथ ऑफ x एंड ऑफ y। सो जिन्नियां लिमिट दित्तियां ਉਹਦੇ रिस्पैक्ट टू इंटीग्रेशन करके c मिल गया आराम नाल। आ चीज़ मेन सी कि दिस इज इक्वल टू 1। फिर नेक्स्ट है इफ जॉइंट प्रोबेबिलिटी मास फंक्शन ऑफ रैंडम वेरिएबल्स x एंड y इज गिवन बाय दिस दैन प्रोबेबिलिटी ऑफ x + y इज इक्वल टू 4। ਤਾਂ ਆਪਾਂ ਉਹ ਪੇਅਰ ਵਿੱਚੋਂ ਕਲੈਕਟ ਕਰਾਂਗੇ ਜਿਹੜੇ ਆਪਾਂ ਨੂੰ ਸਮ 4 ਦੇ ਦੇਣਗੇ। ਤਾਂ 0 ਕਿਸੇ ਨਾਲ ਪੇਅਰ ਨਹੀਂ ਬਣਾ ਸਕਦਾ, 1 ਵੀ ਨਹੀਂ ਬਣਾ ਸਕਦਾ, 2 ਬਣਾ ਸਕਦਾ। x ਜੇ 2 ਲੈ ਲਈਏ, y 2 ਲੈ ਲਈਏ ਤਾਂ x + y 4 ਆ ਜਾਊਗਾ। ਸਿਮਿਲਰਲੀ x 3 ਲੈ ਲਈਏ, y 1 ਲੈ ਲਈਏ ਦੈਨ फिर भी अपना 4 आ जाऊगा। बहुत बार रिपीट होया क्वेश्चन, मास्टर कार्ड भी हो गया एक दो बार तो लैक्चरर कार्ड भी क्वेश्चन यही सीगा। सो पुट कर दो 2 + 2 / 30 + 3 + 1 / 30, 4/30 + 4/30, 8/30 बन गया, दैट इज 4/50। ऑप्शन नंबर सी बन गया। फिर नेक्स्ट द फंक्शन phi of t is a characteristic function of a random variable if phi of 0 1, phi of t is equal to phi of -t, phi of t is continuous, all of these। ਜਿਵੇਂ ਆਪਾਂ ਲੈਕਚਰ ਵਾਲੀ ਵੀਡੀਓ 'ਚ ਵੀ ਕੀਤਾ, ਸੇਮ ਹੀ ਕੁਐਸਚਨ ਆ। ਨਾਲ ਤੁਹਾਨੂੰ ਐਕਸਟਰਾ ਪ੍ਰੋਪਰਟੀਜ਼ ਵੀ ਦੱਸੀਆਂ ਸੀ ਕਿ ਯੂਨੀਫਾਰਮਲੀ ਕੰਟੀਨਿਊਸ ਹੁੰਦਾ, phi of t ਦੀ ਵੈਲਿਊ ਲੈਸ ਦੈਨ ਇਕੁਅਲ ਟੂ 1 ਹੁੰਦੀ ਆ ਤੇ ਐਕਸਪੈਕਟਡ ਵੈਲਿਊ ਆਫ e⁻ xt ਇਹਨੂੰ ਆਪਾਂ ਲਿਖ ਸਕਦੇ ਹੁੰਦੇ ਹਾਂ। ਫਿਰ ਨੈਕਸਟ ਅ ਸੀਕੁਐਂਸ ਆਫ ਰੈਂਡਮ ਵੇਰੀਏਬਲ x1 x2 so on up to xn is said to converge in probability to a constant a if for any epsilon greater than 0 ਵੀ ਹੈ। ਤਾਂ ਅਗੇਨ ਆਪਾਂ ਇਹ ਲੈਕਚਰ ਵਾਲੀ ਵੀਡੀਓਜ਼ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਦੋ ਤਰ੍ਹਾਂ ਦੀਆਂ ਪ੍ਰੋਬੇਬਿਲਿਟੀਜ਼ ਹੁੰਦੀਆਂ, ਕਨਵਰਜਿੰਗ ਪ੍ਰੋਬੇਬਿਲਿਟੀ ਐਂਡ ਆਲਮੋਸਟ ਸ਼ੋਰ ਕਨਵਰਜੈਂਸ। ਜਦੋਂ ਕਨਵਰਜਿੰਗ ਪ੍ਰੋਬੇਬਿਲਿਟੀ ਹੋਵੇ ਉਦੋਂ ਆਪਾਂ ਐਪਸਾਈਲਨ ਵਿੱਚ ਗੱਲ ਕਰਦੇ ਹਾਂ ਕਿ xn - a ਲੈਸ ਦੈਨ ਐਪਸਾਈਲਨ ਹੋਣ ਦੀ 1 ਹੁੰਦੀ ਹੈ। ਜਾਂ ਆਪਾਂ ਇਹ ਵੀ ਡਿਸਕਸ ਕੀਤਾ ਸੀ ਕਿ ਗ੍ਰੇਟਰ ਦੈਨ ਇਕੁਅਲ ਟੂ ਐਪਸਾਈਲਨ ਹੋਣ ਦੀ 0 ਹੁੰਦੀ ਹੈ। ਇੱਕ ਹੁੰਦਾ ਆਲਮੋਸਟ ਸ਼ੋਰ ਕਨਵਰਜੈਂਸ, ਉਹ 'ਚ ਆਪਾਂ ਸਿਰਫ ਇਕੁਅਲ ਟੂ ਦੀ ਗੱਲ ਕਰਦੇ ਹਾਂ ਵੀ ਇਕੁਅਲ ਟੂ xn = a ਹੋਣ ਦੀ 1, xn not equal to a ਹੋਣ ਦੀ 0। ਤਾਂ ਇਹ ਵੀ ਰਿਪੀਟਡ ਕੁਐਸਚਨ ਹੀ ਹੈ ਲੈਕਚਰ ਵਾਲਾ। ਕਾਫੀ ਕੁਐਸਚਨ ਇਹਦੇ ਵਿੱਚ ਆਪਾਂ ਦੇਖ ਸਕਾਂਗੇ ਕਿ ਲੈਕਚਰ ਵਾਲੇ ਐਜ਼ ਇਟ ਇਜ਼ ਕੁਐਸਚਨ ਆਏ ਹੋਏ ਆ ਜਾਂ ਬਿਲਕੁਲ ਥੋੜੇ ਚੇਂਜ ਕਰਕੇ ਆਏ ਹੋਏ। ਇਫ x is a random variable with mean mu and variance σ² then for any positive number k the Chebyshev inequality। ਤਾਂ ਆਪਾਂ ਅਗੇਨ ਉੱਥੇ ਕਰ ਚੁੱਕੇ ਹਾਂ ਇਹ ਕਿ ਆਹ ਵਾਲਾ ਆਪਸ਼ਨ ਹੁੰਦਾ, ਆਪਸ਼ਨ ਨੰਬਰ A, ਪਹਿਲਾਂ ਗ੍ਰੇਟਰ ਦੈਨ ਇਕੁਅਲ ਟੂ ਫਿਰ ਲੈਸ ਦੈਨ ਇਕੁਅਲ ਟੂ। ਜੇ ਪਹਿਲਾਂ ਲੈਸ ਦੈਨ ਆ ਜੇ ਉਹ ਵੀ ਆਪਾਂ ਡਿਸਕਸ ਕੀਤਾ ਸੀਗਾ तो फिर आप करना होंगे ग्रेटर दैन 1 माइनस आ जाता होंगे। तो इत्थे अपना ए भी लिख देंगे होंगे होर फॉर्म च भी, इत्थे ए σ² अपॉन a², वो भी आप फॉर्म याद रखनी है, वो आप डिस्कस कर चुके हैं गल्लां कि इत्थे जे a लिखा जाए दैन दिस इज लैस दैन इक्वल टू σ² अपॉन a²। सो इत्थे a नूं उही k सिग्मा भरांगे तो σ² अपॉन k² σ² 1/k², उत्थों ही बनया होया है। सो ऑप्शन नंबर ए बन गया।
फिर नेक्स्ट अ सीक्वेंस xn इज सेट टू बी मार्कऑफ चेन इफ फॉर ऑल i0 i1 i2 सो ऑन अप टू in+1। ਤਾਂ ਆਪਾਂ ਡਿਸਕਸ ਕੀਤਾ ਸੀ ਕਿ ਮਾਰਕਅਪ ਚੇਨ ਵਿੱਚ ਹਰ ਇਵੈਂਟ ਦੀ ਪ੍ਰੋਬੇਬਿਲਿਟੀ ਉਸ ਤੋਂ ਪ੍ਰੀਵੀਅਸ ਇਵੈਂਟ ਤੇ ਡਿਪੈਂਡ ਕਰਦੀ ਹੈ। ਤਾਂ n+1 ਵਾਲੇ ਦੀ n ਤੇ ਡਿਪੈਂਡ ਕਰੂਗੀ, ਆਪਸ਼ਨ ਨੰਬਰ A ਬਣਨਾ। n ਵਾਲੇ ਦੀ n-1 ਤੇ ਡਿਪੈਂਡ ਕਰਨੀ ਸੀ। ਸੋ ਅਗੇਨ ਰਿਪੀਟਡ ਕੁਐਸਚਨ ਆ, ਦ ਕੋਐਫੀਸ਼ੀਐਂਟ ਆਫ ਡਿਸਪਰਜ਼ਨ ਆਫ ਪੋਇਜ਼ਨ ਡਿਸਟ੍ਰੀਬਿਊਸ਼ਨ ਵਿਦ ਮੀਨ 4। ਤਾਂ ਆਪਾਂ ਇਹ ਵੀ ਰਿਪੀਟਡ ਹੀ ਲੱਗ ਰਿਹਾ। ਦੇਖੋ ਪੋਇਜ਼ਨ ਡਿਸਟ੍ਰੀਬਿਊਸ਼ਨ ਵਿੱਚ ਮੀਨ ਤੇ ਵੇਰੀਐਂਸ ਸੇਮ ਹੁੰਦੀ ਹੈ, ਮੀਨ ਵੀ 4 ਆ, ਵੇਰੀਐਂਸ ਵੀ 4 ਆ। ਤੇ ਕੋਐਫੀਸ਼ੀਐਂਟ ਆਫ ਡਿਸਪਰਜ਼ਨ ਦਾ ਫਾਰਮੂਲਾ ਕੀ ਹੁੰਦਾ? ਵੇਰੀਐਂਸ ਅਪੋਨ ਮੀਨ, ਸਿਗਮਾ ਸਕੇਅਰ ਅਪੋਨ ਮੀਨ। ਸੋ 4/4 ਅਗੇਨ 1 ਆਉਣਾ ਚਾਹੀਦਾ ਸੀ, ਬਟ ਇਹ ਆਪਸ਼ਨ ਵਿੱਚ 1/2 ਲਿਖ ਰਹੇ ਆ ਵਾਰ-ਵਾਰ, ਆਉਣਾ ਇਹਦਾ 1 ਚਾਹੀਦਾ। ਐਕਚੁਅਲੀ ਇਹ ਕੁਐਸਚਨ ਕਿਉਂਕਿ ਸਟੈਟ ਨਾਲ ਰਿਲੇਟਡ ਹੋਣ ਕਰਕੇ ਕਿਸੇ ਨੇ ਆਬਜੈਕਸ਼ਨ ਵੀ ਨਹੀਂ ਪਾਈ ਆਈ ਥਿੰਕ ਇਹਦੀ। ਰਿਵਾਈਜ਼ਡ ਆਂਸਰ ਕੀ ਵਿੱਚ ਵੀ 1/2 ਲਿਖਿਆ ਹੋਇਆ ਇਹਦਾ, ਬਟ ਆਉਣਾ 1 ਚਾਹੀਦਾ। ਕੋਐਫੀਸ਼ੀਐਂਟ ਆਫ ਡਿਸਪਰਜ਼ਨ ਆਫ ਪੋਇਜ਼ਨ ਡਿਸਟ੍ਰੀਬਿਊਸ਼ਨ ਵਿਦ ਮੀਨ 4 ਬਿਕੋਜ਼ ਮੀਨ ਐਂਡ ਵੇਰੀਐਂਸ ਸੇਮ ਹੁੰਦੇ ਆ ਇਹ 'ਚ, ਤੇ ਫਾਰਮੂਲਾ ਹੈਗਾ ਵੇਰੀਐਂਸ ਅਪੋਨ ਮੀਨ। ਸੋ 1 ਆਂਸਰ ਆਉਣਾ ਚਾਹੀਦਾ। ਫਿਰ ਨੈਕਸਟ ਦ ਮੀਨ ਐਂਡ ਵੇਰੀਐਂਸ ਆਫ ਚਾਈ ਸਕੇਅਰ ਡਿਸਟ੍ਰੀਬਿਊਸ਼ਨ ਵਿਦ n ਡਿਗਰੀਜ਼ ਆਫ ਫਰੀडम। ਅਗੇਨ ਇਹੀ ਰਿਪੀਟਡ ਕੁਐਸਚਨ ਆ, ਵੇਰੀਐਂਸ ਡਬਲ ਹੁੰਦਾ ਮੀਨ ਦਾ ਚ n and 2n, ਜਿੰਨੇ ਡਿਗਰੀਜ਼ ਆਫ ਫਰੀडम ਆ ਉਨਾ ਹੀ ਮੀਨ ਆ, ਵੇਰੀਐਂਸ ਡਬਲ ਆ। ਫॉर अ नॉर्मल डिस्ट्रीब्यूशन एरिया टू द राइट हैंड साइड ऑफ द पॉइंट x1 इज 0.6 एंड टू द लैफ्ट हैंड साइड ऑफ पॉइंट x2 इज 0.7। ये भी ਆਪਾਂ ਕੀਤਾ ਸੀ ਕਿ ਨਾਰਮਲ ਡਿਸਟ੍ਰੀਬਿਊਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ, ਜਿੰਨੀ y ਦੇ ਰਾਈਟ ਸਾਈਡ ਆ ਉਨੀ ਲੈਫਟ ਸਾਈਡ ਆ। ਤਾਂ ਕਿਸੇ x1 ਪੁਆਇੰਟ ਦੇ ਖੱਬੇ ਪਾਸੇ 0.6 ਆ ਔਰ ਸੱਜੇ ਪਾਸੇ 0.6, x1 ਫਿਰ ਇੱਧਰ ਹੋਊਗਾ ਕਿਉਂਕਿ 0.5 ਤਾਂ ਇੰਨਾ ਹੁੰਦਾ ਨਾ, ਇੱਧਰ ਵੀ 0.5 ਇੱਧਰ ਵੀ 0.5, ਤੇ x2 ਦੇ ਖੱਬੇ ਪਾਸੇ 0.7 ਆ, x2 ਫਿਰ ਇੱਥੇ ਜੇ ਹੋਊਗਾ ਕਿਉਂਕਿ 0.5 ਤਾਂ ਆਹੀ ਹੈ, ਕੁਝ ਐਡ ਹੋਊਗਾ ਨਾ, ਤਾਂ x2 ਨੂੰ ਇੱਥੇ ਜਾਣਾ ਪੈਣਾ। ਤਾਂ ਕਲੀਅਰਲੀ ਆਪਾਂ ਦੇਖ ਸਕਦੇ ਹਾਂ x1 ਛੋਟਾ x2 ਤੋਂ, x1 ਲੈਸ ਦੈਨ x2। ਰਿਪੀਟਡ ਕੁਐਸਚਨ ਅਗੇਨ, let Tn be an estimator based on the sample x1 x2 so on up to xn of the parameter theta, then Tn is consistent estimator of theta। ਤਾਂ ਕਿਸੇ ਵੀ ਐਸਟੀਮੇਟਰ ਨੂੰ ਕੰਸਿਸਟੈਂਟ ਕਦੋਂ ਕਹਿੰਦੇ ਆ? ਜਦੋਂ ਉਹ ਕਨਵਰਜ ਇਨ ਪ੍ਰੋਬੇਬਿਲਿਟੀ ਕਰ ਜੇ ਅਪ ਟੂ ਡੈਟ ਪੈਰਾਮੀਟਰ। ਸੋ Tn ਸ਼ੁੱਡ ਕਨਵਰਜ ਇਨ ਪ੍ਰੋਬੇਬਿਲਿਟੀ ਟੂ ਥੀਟਾ। ਤੇ ਕਨਵਰਜ ਇਨ ਪ੍ਰੋਬੇਬਿਲਿਟੀ ਦੀ ਆਪਾਂ ਉੱਪਰ ਵੀ ਦੇਖਿਆ ਕਿ ਗ੍ਰੇਟਰ ਦੈਨ ਐਪਸਾਈਲਨ ਦੀ ਪਹਿਲੀ ਗੱਲ ਤਾਂ ਲਿਮਿਟ n ਟੈਂਡਸ ਟੂ ਇਨਫਿਨਿਟੀ ਲਿਖਿਆ ਹੋਵੇ, ਪਹਿਲੇ ਦੋ ਤਾਂ ਆਪਸ਼ਨ ਹੋ ਨਹੀਂ ਸਕਦੇ। ਸੋ ਗ੍ਰੇਟਰ ਦੈਨ ਐਪਸਾਈਲਨ ਦੀ 0 ਹੋਣੀ ਚਾਹੀਦੀ ਹੈ ਜਾਂ ਲੈਸ ਦੈਨ ਐਪਸਾਈਲਨ ਦੀ 1 ਹੋਣੀ ਚਾਹੀਦੀ ਹੁੰਦੀ ਹੈ। ਆਪਸ਼ਨ ਨੰਬਰ C ਬਣ ਗਏ। ਅਗੇਨ ਰਿਪੀਟਡ ਕੁਐਸਚਨ ਸੀ। ਲੈਕਚਰਰ 2016 ਵਾਲਾ ਜਿਹੜਾ ਪੇਪਰ ਆਪਣਾ ਲਾਸਟ ਵਾਲੇ ਸਟੈਟ ਵਾਲੇ ਕਾਫੀ ਕੁਐਸਚਨ ਸੇਮ ਹੀ ਆ। ਇਹ ਵੀ ਆਪਾਂ ਕੀਤਾ ਸੀਗਾ, ਦੋ ਹਾਈਪੋਥੀਸਿਸ ਹੁੰਦੀਆਂ, ਨੈਮਨ ਪੀਅਰਸਨ ਲੈਮਾ ਐਂਡ ਲਾਈਕਲੀਹੁੱਡ ਰੇਸ਼ੋ ਟੈਸਟ। ਇਹਦੇ ਵਿੱਚ ਆਪਾਂ ਦੇਖਦੇ ਸੀ ਵੀ ਇਹ ਸਿੰਪਲ ਹਾਈਪੋਥੀਸਿਸ ਨਾਲ ਹੀ ਡੀਲ ਕਰਦਾ। ਸਿੰਪਲ ਹਾਈਪੋਥੀਸਿਸ ਆਪਾਂ ਡਿਸਕਸ ਕੀਤਾ ਸੀ ਕਿ ਜਿਹੜੀ ਇਸ ਤਰ੍ਹਾਂ ਦੀ ਹਾਈਪੋਥੀਸਿਸ ਕਿ ਸਾਰੀ ਡਿਸਟ੍ਰੀਬਿਊਸ਼ਨ ਨੂੰ ਡਿਫਾਈਨ ਕਰ ਦੇ, ਆਪਾਂ ਨੂੰ ਮੀਨ ਵੀ ਪਤਾ ਲੱਗ ਜੇ, ਵੇਰੀਐਂਸ ਵੀ, ਸਾਰੇ ਪੈਰਾਮੀਟਰਸ ਪਤਾ ਲੱਗ ਜਾਣ, ਤਾਂ ਉਹਨੂੰ ਸਿੰਪਲ ਹਾਈਪੋਥੀਸਿਸ ਕਹਿੰਦੇ ਹੁੰਦੇ ਆ। ਤੇ ਜਿਹੜੀ ਇਕੱਲੀ ਨਾ ਕਰ ਸਕੇ, ਹੋਰ ਵੇਰੀਏਬਲਸ ਦੀ ਲੋੜ ਪਵੇ ਨਾਲ, ਉਹ ਆਪਣੀ ਕੰਪਲੈਕਸ ਹਾਈਪੋਥੀਸਿਸ ਹੁੰਦੀ ਹੈ, ਕੰਪੋਜ਼ਿਟ ਹਾਈਪੋਥੀਸਿਸ ਹੁੰਦੀ ਹੈ। ਸੋ ਇਹ ਆਪਾਂ ਦੇਖਣਾ ਹੁਣ। ਇਹਦਾ ਫਿਰ ਆਪਾਂ ਸੀਗਾ ਨੇਮਨ ਪੀਅਰਸਨ ਲੈਮਾ ਚ ਇਟ ਇਜ਼ ਯੂਜ਼ਡ ਫॉर ਪ੍ਰੋਵਾਈਡ ਦ ਬੈਸਟ ਕ੍ਰਿਟੀਕਲ ਰੀਜਨ ਫॉर ਟੈਸਟਿੰਗ ਸਿੰਪਲ ਨਲ ਹਾਈਪੋਥੀਸਿਸ ਅਗੇਂਸਟ ਸਿੰਪਲ ਆਲਟਰਨੇਟਿਵ ਹਾਈਪੋਥੀਸਿਸ। ਇਹ ਆਪਸ਼ਨ ਆਣਾ। ਤੇ ਲਾਈਕਲੀਹੁੱਡ ਰੇਸ਼ੋ ਟੈਸਟ ਵਿੱਚ ਆਪਾਂ ਦੇਖਿਆ ਸੀ ਕਿ ਕੋਈ ਵੀ ਹੋ ਸਕਦੀ ਹੈ ਹਾਈਪੋਥੀਸਿਸ, ਸਿੰਪਲ ਵੀ ਹੋ ਸਕਦੀ ਹੈ ਐਂਡ ਕੰਪੋਜ਼ਿਟ ਵੀ ਹੋ ਸਕਦੀ ਹੈ। ਫਸਟ ਵਾਲੀ ਵੀ ਸਿੰਪਲ ਐਂਡ ਕੰਪੋਜ਼ਿਟ ਐਂਡ ਸੈਕੰਡ ਵਾਲੀ ਵੀ ਸਿੰਪਲ ਔਰ ਕੰਪੋਜ਼ਿਟ, ਆਲਟਰਨੇਟਿਵ ਵਾਲੀ ਵੀ। ਆਪਸ਼ਨ ਨੰਬਰ E। For the validity of F test in the analysis of variance, the following assumptions are made। ਫਿਸ਼ਰ ਟੈਸਟ ਉਹੀ ਆਪਾਂ ਅਗੇਨ ਰਿਪੀਟਡ ਕੁਐਸਚਨ, ਸਾਰੇ ਹੀ ਕੁਐਸਚਨ ਰਿਪੀਟ ਆ ਲੈਕਚਰ ਵਾਲੇ, ਆਲ ਆਫ ਦੀਜ਼ ਆਪਾਂ ਉੱਥੇ ਦੇਖ ਚੁੱਕੇ ਹਾਂ। ਆ ਵੀ ਕੁਐਸਚਨ ਅਗੇਨ ਰਿਪੀਟ ਆ। A is a matrix of rank Q, ਇਹਦਾ ਵੀ ਆਪਾਂ ਉੱਥੇ ਕਰ ਚੁੱਕੇ ਹਾਂ। ਆਪਸ਼ਨ ਨੰਬਰ B ਆ ਜਾਣਾ ਕਿ ਜਿਹੜਾ ਆਪਣਾ ਮੀਨ ਆ ਉਹ ਸਿੰਪਲ ਮਲਟੀਪਲਾਈ ਹੋ ਜਾਂਦਾ, ਕੋਵੇਰੀਐਂਸ ਅੱਗੇ ਵੀ ਤੇ ਪਿੱਛੇ ਵੀ, A ਸਿਗਮਾ A ਡੈਸ਼। In the case of simple random sampling with replacement, the probability of two specified units in the population of size n to be included in the sample of size n। ਤਾਂ ਇਹ ਕੁਐਸਚਨ ਲੈਕਚਰ ਵਾਲੇ 'ਚ ਇੱਥੇ ਵਿਦਆਊਟ ਰਿਪਲੇਸਮੈਂਟ ਸੀਗਾ, ਹੁਣ ਇੱਥੇ ਵਿਦ ਰਿਪਲੇਸਮੈਂਟ ਆ। ਤਾਂ ਆਪਾਂ ਦੇਖਿਆ ਸੀ ਵੀ ਟੋਟਲ ਆਪਣੇ ਕੋਲ ਪੋਪੂਲੇਸ਼ਨ ਦਾ ਸਾਈਜ਼ n, ਸੈਂਪਲ ਦਾ ਸਾਈਜ਼ n। ਮੰਨ ਲਓ ਜਿਵੇਂ ਆਪਾਂ 1000 ਵਿੱਚੋਂ 100 ਪਰਸਨ ਸਿਲੈਕਟ ਕਰਨਾ, ਆਪਾਂ ਉੱਥੇ ਐਗਜ਼ਾਮਪਲ ਲਈ ਸੀ, ਤਾਂ ਕੋਈ ਦੋ ਸਪੈਸੀਫਾਈਡ ਯੂਨਿਟ ਦੇ ਉਸ ਸੈਂਪਲ ਵਿੱਚ ਆਉਣ ਦੀ ਪ੍ਰੋਬੇਬਿਲਿਟੀ। ਤਾਂ ਪਹਿਲੀ ਸਪੈਸੀਫਾਈਡ ਯੂਨਿਟ ਤੇ ਆਉਣ ਦੀ ਪ੍ਰੋਬੇਬਿਲਿਟੀ ਹੋ ਜੂਗੀ n/n। ਤਾਂ ਇਸੇ ਤਰ੍ਹਾਂ ਸੈਕੰਡ ਵਾਲੇ ਦੇ ਆਉਣ ਦੀ ਪ੍ਰੋਬੇਬਿਲਿਟੀ ਉਹ ਵੀ n/n, ਕਿਉਂਕਿ ਵਿਦ ਰਿਪਲੇਸਮੈਂਟ ਆ ਨਾ, ਪਹਿਲੀ ਦੀ ਵੀ n/n, ਸੈਕੰਡ ਦੀ ਵੀ n/n, n²/n²। ਆਪਸ਼ਨ ਨੰਬਰ D ਬਣ ਜਾਣਾ। ਲੈਕਚਰ ਵਾਲੇ 'ਚ ਇਹੀ ਕੁਐਸਚਨ ਸੀਗਾ ਵਿਦਆਊਟ ਰਿਪਲੇਸਮੈਂਟ, ਉੱਥੇ ਆਪਾਂ ਦੇਖਿਆ ਸੀਗਾ ਪਹਿਲੀ ਦੀ n/n, ਫਿਰ n-1/n-1।
तो विदाउट रिप्लेसमेंट वेले आ आंसर आना। फिर नैक्सट है द सिंपल रैंडम सैंपलिंग इज यूजली प्रैफर्ड वैन द नेचर ऑफ पॉपूलेशन इज। तो आप उत्थे डिस्कस किया कि दो तरह की रैंडम सैंपलिंग आ, सिंपल एंड स्ट्रैटिफाइड। सिंपल कदों यूज़ करांगे वैन द नेचर ऑफ पॉपूलेशन इज होमोजीनियस, एंड स्ट्रैटिफाइड रैंडम सैंपलिंग कदों यूज़ करते हैं वैन द नेचर ऑफ पॉपूलेशन इज हैट्रोजीनियस, कि अलग अलग तरह का अपने को डाटा हो, इक्को तरह का डाटा ना हो। होमोजीनियस मतलब इक्को तरह का डाटा हो सारा जिहदी आप सैंपलिंग करनी है, हैट्रोजीनियस मतलब अलग अलग तरह का डाटा हो। नैक्सट द प्रोडक्ट एस्टीमेटर ऑफ पॉपूलेशन मीन ऑफ स्टडी वेरीएबल इज यूजली बेटर दैन द सिंपल मीन पर यूनिट एस्टीमेटर इफ द कोरिलेशन बिटवीन स्टडी वेरीएबल एंड ऑक्सिलरी वेरीएबल इज। तो आप देखा सी प्रोडक्ट एस्टीमेटर वाला उत्थे सीगा रेशियो एस्टीमेटर वाला। तो रेशियो एस्टीमेटर वाला कदों वधिया जदों इन्हां विच जिहड़ा कोरिलेशन आ पॉजिटिव होवे, तो प्रोडक्ट एस्टीमेटर वाला कदों वधिया हुंदा जदों इन्हां विच जिहड़ा स्टडी वेरीएबल एंड ऑक्सिलरी वेरीएबल विच कोरिलेशन नैगेटिव होवे। तो ये आप उत्थे डिस्कस कर चुके हैं। अगेन सेम रिपीटेड क्वेश्चन आ इन अ लैटिन स्केल डिजाइन विद एम ट्रीटमेंट्स द टोटल डिग्रीज ऑफ फ्रीडम फॉर अ फिक्सड इफेक्ट मॉडल इज। तो टोटल डिग्री ऑफ फ्रीडम आप देखने किन्ने होणगे। तो इत्थे अपने कोल टोटल डिग्रीज ऑफ फ्रीडम आ जिहड़ा आपां नूं उत्थे क्वेश्चन पूछा गया सी, उत्थे सीगा डिग्रीज ऑफ फ्रीडम ऑफ एरर सम ऑफ स्केयर्स, उत्थे एरर सम वाला दसना सीगा, उत्थे अपना ऑप्शन सी m-1 इंटू m-2। बट इत्थे टोटल डिग्रीज ऑफ फ्रीडम आ ये आप याद रख सकते हैं m²-1। तो हायर स्टैंड नाल रिलेटेड हैगा अपना कंसैप्ट ये टोटल डिग्रीज ऑफ फ्रीडम फॉर लैटिन स्केल डिजाइन विद m ट्रीटमेंट्स m²-1। फिर नैक्सट इन 2⁴ फैक्टोरियल डिजाइन ऑफ एक्सपेरीमेंट द नंबर ऑफ ट्रीटमेंट्स आर। तो आप अगेन डिस्कस किया कि टोटल नंबर ऑफ ट्रीटमेंट्स या टोटल नंबर ऑफ एक्सपेरीमेंटल यूनिट्स ये उन्ना ही होंदा कैलकुलेट करके जिन्ना आ जाता 16। 4 ये अपने को फैक्टर्स आ एंड 2 लैवल्स आ, ये एक्सट्रा गल याद रखनी। अगेन सेम ही 2⁻3 सी 2⁻4। फिर नैक्सट है फॉर अ बैलेंस्ड इनकम्प्लीट ब्लॉक डिजाइन विद पैरामीटर्स वी बी आर के लैमडा वी है। तो अगेन ये रिपीटेड क्वेश्चन आ, ये कुछ कंडीशन आप याद रखनी है। वी आर इज इक्वल टू बी के आ, लैमडा v-1 इज इक्वल टू आर के-1 बी ग्रेटर दैन इक्वल टू आर ऑल ऑफ दीज। ते नाल तुसीं सिमेट्रिक दियां भी याद रख सकते हो कि v इज इक्वल टू बी आर इज इक्वल टू के फॉर सिमेट्रिक सच टाइप ऑफ डिजाइन। फिर नैक्सट इफ पी आई डिनोट द रिलायबिलिटी ऑफ द ith कंपोनेंट दैन द रिलायबिलिटी ऑफ सीरीज सिस्टम। तो ये आप डिस्कस किया सी उत्थे। लास्ट जो 25 क्वेश्चन आ ऑलमोस्ट सेम आ, देखो बिल्कुल थोड़ा थोड़ा चेंज होया, उत्थे पैरेलल आ गया, इत्थे सीरीज आ गया। सीरीज सिस्टम वेले मल्टीप्लाई करना रिलायबिलिटी ऑफ ईच कंपोनेंट नूं आपस में मल्टीप्लाई कर देना। पैरेलल सिस्टम वेले आना सीगा, उत्थे पैरेलल सिस्टम पूछा सी लैक्चरर वाले च, इत्थे सीरीज सिस्टम। फिर नैक्सट लेट एस बी अ कन्वैक्स सबसेट ऑफ द प्लेन बाउंडेड बाय लाइन्स इन द प्लेन दैन द लीनियर फंक्शन दिस वेयर c1 c2 आर स्केलर अटेन्स इट ऑप्टिमम वैल्यू एट। तो अगेन सिंपल आ रिपीटेड क्वेश्चन वर्टिसेस ते आंदी हुंदी है किसी भी फंक्शन की मैक्सिमम वैल्यू। सो इस तरह भी ਜਿਹੜੇ स्टैट वाले क्वेश्चन है, क्योंकि एक्चुअली ਜਿਹੜਾ पेपर सैटर होगा ड्यूटी तो मैथ वाले टीचर की लगाई जाऊगी। सो चांसिस आ कि मोस्टली क्वेश्चन देखो पिछले पेपर चों ही रिपीट हो रही है। जिवें मैरीटोरीस वाला सी, देखो ऑलमोस्ट ਜਿਹੜੇ लास्ट वाले 25 क्वेश्चन आ ਵਿੱਚੋਂ 22-23 क्वेश्चन सारे एज इट इज़ सेम आ, सारियां स्टेटमेंट बिल्कुल ही सेम आ। बाकी एक दो क्वेश्चन की स्टेटमेंट चेंज होकर आई हुई है, सीरीज़ पैरेलल वाला थोड़ा रिलेट करके आया होया। सो तुहानूं आपां डिस्कस किया कि एक्चुअली नैट वाले तो सिलेबस लिया होया है। सो मैथ वाले टीचर नूं इन्नी नॉलेज नहीं होगी स्टैट वाले पोर्शन की। सो चांसिस आ रिलेटेड क्वेश्चन ही आएंगे। सो जे आपां इन्हां नूं ही चंगी तरह कर लांगे तो यही एक्सपैक्ट कर सकते हैं कि इस तरह के क्वेश्चन ही आपां नूं देखण नूं मिलणगे। फिर नैक्सट गिवन अ सैट ऑफ वैक्टर्स अ लीनियर कॉम्बीनेशन इज कॉल्ड अ कन्वैक्स कॉम्बीनेशन। कन्वैक्स कॉम्बीनेशन अगेन रिपीटेड क्वेश्चन कि जो आ सारे स्केलर ग्रेटर दैन इक्वल टू 0 हो तो इन्हों का सम आ जोड़ा वो 1 हो। ऑप्शन नंबर ए आ जाना, ये तो बेसिक डेफिनेशन। अगेन आ क्यूइंग थ्योरी का क्वेश्चन आप देखा सी उत्थे कि ऑल ऑफ दीज आना है। नैक्सट इफ एन कंपोनेंट्स फंक्शनिंग इंडिपेंडेंटली आर कनैक्टेड इन पैरेलल। देखो थोड़ा चेंज करता, उत्थे सीरीज सी इत्थे पैरेलल करता। सीरीज वेले सिंपली मल्टीप्लाई करना होंदा रिलायबिलिटी ऑफ ईच कंपोनेंट वाले नूं, ते पैरेलल विच आपां आ वाला फॉर्मूला होंदा जिवें पिछे भी देखिया आपां कि 1 माइनस करके इन्हां दी मल्टीप्लाई करके 1 माइनस मल्टीप्लाई कर देनी है कि इसे नूं ही आपां प्रोडक्ट च लिख दिंदे आ ना 1 माइनस RIT जिवें आपां पिछे देखिया सीगा, इस नूं ऐ लिख दिंदी। सो आ पैरेलल वेले है। सीरीज़ वेले पुछया होंदा तो सिंपली अपनी मल्टीप्लाई हो जानी सी। सो लास्ट वाले 25 सम्स आ जिहड़े बिल्कुल सेम ही सीगे दोनों पेपरां विच। सो जे आपां इन्हां नूं ही चंगी तरह करके जाने आ तो स्टैट वाला पोर्शन काफ़ी हद तक अपना कवर हो जाता।
ਬਾਕੀ ਇਹ ਸਟੈਟ ਵਾਲਾ ਪੋਰਸ਼ਨ ਸਾਰੇ ਕੈਂਡੀਡੇਟਸ ਨੂੰ ਹੀ ਚੰਗੀ ਤਰ੍ਹਾਂ ਨਹੀਂ ਆਉਂਦਾ ਹੋਊਗਾ, ਕਿਉਂਕਿ ਮੈਥ ਵਾਲੇ ਸਟੂਡੈਂਟ ਨੇ ਕਿਤੇ ਵੀ ਚਾਹੇ ਉਹ BSc ਲੈਵਲ 'ਤੇ ਜਾਂ BA ਲੈਵਲ 'ਤੇ ਜਾਂ MSc ਲੈਵਲ 'ਤੇ ਹੈ, ਕਿਤੇ ਵੀ ਇਸ ਡਿਟੇਲ ਵਿੱਚ ਨਹੀਂ ਪੜ੍ਹਿਆ ਹੁੰਦਾ। ਸੋ ਬਾਕੀ ਆਪਾਂ ਡਿਟੇਲ 'ਚ ਕਰਕੇ ਇਹਦੇ ਪ੍ਰੀਵੀਅਸ ਈਅਰ ਕੁਐਸਚਨ ਕਰਕੇ ਇਹਨਾਂ ਦੀ ਤਿਆਰੀ ਕਰ ਸਕਦੇ। ਸੋ ਇਹਦੇ ਨਾਲ ਹੀ ਆਪਣਾ ਜਿਹੜਾ ਮੈਰੀਟੋਰੀਅਸ ਮੈਥ ਲੈਕਚਰ ਵਾਲਾ ਪੇਪਰ ਆ ਇਹ ਵੀ ਆਪਾਂ ਹੁਣ ਪੂਰਾ ਫਿਨਿਸ਼ ਕਰ ਲਿਆ।